असलामुअलैकुम की हाल है सारिਆਂ ਦਾ ठीक ठाक हो से ठीक है। अल्लाह ताला ਤੁਹਾਨੂੰ ਸਭ ਨੂੰ ਆਪਣੇ ਹਿਫਜ਼ ਓ ਈਮਾਨ 'ਚ ਰੱਖੇ। ਤੇ ਯਾਰ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ। ਭਾਵੇਂ ਕੋਈ ਦੁਸ਼ਮਣ ਹੈ ਭਾਵੇਂ ਕੋਈ ਦੋਸਤ ਹੈ, ਲੇਕਿਨ ਅਗਰ ਉਹਦੀ ਕੋਈ ਤਾਰੀਫ ਹੋਵੇ ਤੇ ਉਹ ਕਰਨੀ ਚਾਹੀਦੀ ਹੈ। ਬੁਰਾਈ ਤੋਂ ਕੋਸ਼ਿਸ਼ ਕਰਨੀ ਚਾਹੀਦੀ ਹੈ, ਉਹਨੂੰ ਸਟਾਪ ਕਰੋ। ਤਾਰੀਫ ਹੋਵੇ ਤੇ ਉਹਦੀ ਕਰਨੀ ਚਾਹੀਦੀ ਹੈ। ਤੁਸੀਂ ਅਗਰ ਸੋਸ਼ਲ ਮੀਡੀਆ ਦੇਖੋ ਨਾ, ਸੋਸ਼ਲ ਮੀਡੀਆ 'ਚ ਇਹ ਦਿਖਾਇਆ ਜਾਂਦਾ ਹੈ ਕਿ ਇੰਡੀਆ ਤੇ ਪਾਕਿਸਤਾਨ ਦੀ ਬਹੁਤ ਦੁਸ਼ਮਣੀ ਹੈ, ਜਿਸ ਤਰ੍ਹਾਂ ਕਿ ਜੰਗ ਹੋਣ ਵਾਲੀ ਹੈ। लेकिन अगर हकीकत ਉਹਦੇ ਬਰਅਕਸ ਦੇਖਿਆ ਜਾਏ ਨਾ, ਭਾਵੇਂ ਤੁਸੀਂ ਕਿਸੇ ਅਰਬ ਮੁਲਕ 'ਚੋਂ ਭਾਵੇਂ ਕਿਸੇ ਯੂਰਪ ਮੁਲਕ 'ਚੋਂ, ਇੰਡੀਅਨ ਪਾਕਿਸਤਾਨੀ ਐਸੇ ਤਰ੍ਹਾਂ ਨੇ ਜਿਸ ਤਰ੍ਹਾਂ ਆਪਸ 'ਚ ਦੋਸਤ ਨੇ। ਉਹ ਮਹਿਸੂਸ ਹੀ ਨਹੀਂ ਹੁੰਦਾ ਕਿ ਉਹ ਕਿਹੜੇ ਮੁਲਕ ਦੇ ਨੇ। ਇਕੱਠੇ ਰਹਿੰਦੇ ਨੇ, ਇਕੱਠੇ ਖਾਂਦੇ ਪੀਂਦੇ ਨੇ। ਉਹ ਨਹੀਂ ਮਹਿਸੂਸ ਕਰਦੇ ਇਹਨਾਂ ਚੀਜ਼ਾਂ ਨੂੰ। ਤੇ ਖਾਸ ਕਰ ਜਿਹੜੇ ਇੰਡੀਆ ਦੇ ਸਰਦਾਰ ਨੇ, ਉਹ ਬਹੁਤ ਜ਼ਿਆਦਾ ਜਿਹੜੇ ਨੇ ਸਾਡੇ ਕਲੋਜ਼ ਨੇ ਪਾਕਿਸਤਾਨੀਆਂ ਦੇ, ਕਿਉਂਕਿ ਅਸੀਂ ਸਾਡੀ ਉਹਨਾਂ ਨਾਲ ਤਬੀਅਤ ਜਿਹੜੀ ਹੈ ਬਹੁਤ ਜ਼ਿਆਦਾ ਮਿਲਦੀ ਹੈ। ਇਸੇ ਤਰ੍ਹਾਂ ਇੱਕ ਪਾਕਿਸਤਾਨੀ ਹੈ, ਉਹ ਜਵਾਨ ਕਹਿੰਦਾ ਮੈਂ 7 ਮਹੀਨੇ ਹੋ ਗਏ ਸੀ ਮੈਨੂੰ ਇੱਥੇ ਵਿਹਲਿਆਂ ਕੰਮ ਵਾਸਤੇ, ਕੋਈ ਮੈਨੂੰ ਕੰਮ ਨਹੀਂ ਸੀ ਲੱਭ ਰਿਹਾ। ਕਹਿੰਦਾ ਇਹ ਮੈਂ ਦੁਕਾਨਾਂ 'ਤੇ ਜਾਂਦਾ ਆ, ਦੁਕਾਨਾਂ 'ਤੇ ਜਾ ਕੇ ਉਹਨਾਂ ਨੂੰ ਕਹਿੰਦਾ ਭਾਈ ਮੈਨੂੰ ਕੰਮ ਚਾਹੀਦਾ। ਕਹਿੰਦਾ ਇਸੇ ਤਰ੍ਹਾਂ ਮੈਂ ਇੱਕ ਦੁਕਾਨ 'ਤੇ ਗਿਆ, ਉੱਥੇ ਜਾ ਕੇ ਉਹਨੂੰ ਮੈਂ ਕਿਹਾ ਭਾਈ ਮੈਨੂੰ 7 ਮਹੀਨੇ ਹੋ ਗਏ ਨੇ ਵਿਹਲਿਆਂ ਅਤੇ ਮੈਨੂੰ ਕੰਮ ਨਹੀਂ ਮਿਲ ਰਿਹਾ ਅਤੇ ਮੇਰੀ ਮਦਦ ਕਰੋ। ਅਤੇ ਕਹਿੰਦਾ ਉਹਨੇ ਆਖਿਆ ਚਲੋ ਮੈਂ ਪਤਾ ਕਰਾਂਗਾ। ਕਹਿੰਦਾ ਉਸ ਟਾਈਮ ਇੱਕ ਸਰਦਾਰ ਸਾਹਿਬ ਲੱਗੇ ਸੀ ਉੱਥੋਂ ਸੌਦਾ ਲੈਣ। ਕਹਿੰਦਾ ਸੌਦਾ ਲੈ ਕੇ ਅਤੇ ਮੈਨੂੰ ਕਹਿੰਦਾ ਬੇਰ ਜੀ ਜ਼ਰਾ ਸਾਈਡ 'ਤੇ ਆਓ। ਕਹਿੰਦਾ ਮੈਨੂੰ ਸਾਈਡ 'ਤੇ ਖੜ੍ਹ ਕੇ ਕਹਿੰਦੇ ਨੇ ਹਾਂ ਜੀ ਬੇਰ ਜੀ ਕੀ ਮਸਲਾ ਹੈ। ਕਹਿੰਦਾ ਮਸਲਾ ਇਹ ਹੈ ਕਿ ਮੈਨੂੰ 7 ਮਹੀਨੇ ਹੋ ਗਏ ਨੇ ਵਿਹਲਿਆਂ ਅਤੇ ਮੈਨੂੰ ਕੰਮ ਨਹੀਂ ਮਿਲ ਰਿਹਾ ਅਤੇ ਰਿਹਾਇਸ਼ ਦਾ ਖਰਚਾ ਵੀ ਨਹੀਂ ਮੇਰੇ ਕੋਲ ਦੇਣ ਹੁੰਦਾ। ਉਹਨੇ ਆਖਿਆ ਅੱਛਾ। ਉਹਨੇ ਆਖਿਆ ਬੇਰ ਜੀ ਗੱਲ ਇਹ ਹੈ ਕਿ ਮੈਂ ਜਿੱਥੇ ਕੰਮ ਕਰਨਾ ਨਾ, ਉੱਥੇ ਮੇਰੇ ਆਪਣੇ ਬਹੁਤ ਜਾਣਨ ਵਾਲੇ ਬੰਦਿਆਂ ਨੇ ਕਿਹਾ ਮੈਨੂੰ ਕੰਮ ਲਵਾ, ਲੇਕਿਨ ਮੈਂ ਕੰਮ ਨਹੀਂ ਲਵਾਇਆ। ਕਿਉਂ ਕਿ ਸਾਡੇ ਬੰਦੇ ਜਿਹੜੇ ਨੇ ਉਹ ਖਰਾਬ ਕਰਦੇ ਨੇ ਅਤੇ ਮੇਰੀ ਇੱਜ਼ਤ ਬਣੀ ਹੈ ਉੱਥੇ, ਅਤੇ ਇਸ ਵਾਸਤੇ ਮੈਂ ਕਿਸੇ ਨੂੰ ਉਸ ਕੰਮ 'ਤੇ ਨਹੀਂ ਖੜਦਾ। ਲੇਕਿਨ ਵੀਰ ਜੀ ਜੇ ਮੈਂ ਤੁਹਾਨੂੰ ਉੱਥੇ ਕੰਮ 'ਤੇ ਲਵਾਂ ਤਾਂ ਮੇਰੀ ਇੱਜ਼ਤ ਰੱਖਿਓ। ਉਹਨੇ ਆਖਿਆ ਜ਼ਰੂਰ ਸਰਦਾਰ ਜੀ ਕੋਈ ਪ੍ਰੋਬਲਮ ਨਹੀਂ ਹੋਣੀ। ਉਹਨੇ ਆਖਿਆ ਠੀਕ ਹੈ ਵੀਰ ਜੀ ਤੁਸੀਂ ਇੰਝ ਕਰਿਓ ਕਿ ਸੁਬਾਹ ਜਿਹੜਾ ਤੁਸੀਂ ਇਸ ਟਾਈਮ ਨਾਲ ਉੱਥੇ ਆ ਜਾਓ। ਕਹਿੰਦਾ ਮੈਂ ਸੁਬਾਹ ਉੱਥੇ ਪਹੁੰਚ ਗਿਆ। ਕਹਿੰਦਾ ਜਿਸ ਵੇਲੇ ਉੱਥੇ ਪਹੁੰਚਿਆ ਕਿ ਸਰਦਾਰ ਹੋਰੀ ਪਹਿਲਾਂ ਹੀ ਮੇਰਾ ਇੰਤਜ਼ਾਰ ਕਰ ਰਹੇ ਸੀ। ਕਹਿੰਦਾ ਆਓ ਜੀ ਮਿੱਤਰ ਜੀ ਆਓ। ਕਹਿੰਦਾ ਨਾਲ ਲੈ ਗਿਆ ਆਪਣੇ ਮਾਲਕ ਨੂੰ, ਜਾ ਕੇ ਆਖਦਾ ਇਹ ਬੰਦਾ ਹੈ ਅਤੇ ਇਸ ਬੰਦੇ ਨੂੰ ਕੰਮ ਚਾਹੀਦਾ ਅਤੇ ਬਹੁਤ ਅੱਛਾ ਕੰਮ ਕਰੇਗਾ। ਮਾਲਕ ਕਹਿੰਦਾ ਤੂੰ ਕਦੇ ਕਿਸੇ ਬੰਦੇ ਦਾ ਨਹੀਂ ਆਖਿਆ, ਠੀਕ ਹੈ ਤੂੰ ਇਹਨੂੰ ਕੰਮ 'ਤੇ ਰੱਖ ਲੈ। ਕਹਿੰਦਾ ਉਹਨੂੰ ਮੈਂ ਕੰਮ 'ਤੇ ਲਾ ਦਿੱਤਾ। ਕਹਿੰਦਾ ਅੱਗੋਂ ਉਹਨੇ ਨਾ ਆਪਣੇ ਪਾਕਿਸਤਾਨ ਫੋਨ ਮਿਲਾਇਆ, ਆਪਣੀ ਮਾਂ ਜੀ ਨੂੰ ਆਖਿਆ ਕਿ ਜੀ ਸਰਦਾਰ ਨਾਲ ਮੈਨੂੰ ਕੰਮ ਲਵਾਇਆ। ਕਹਿੰਦਾ ਜਿਸ ਵੇਲੇ ਉਹਨਾਂ ਨੂੰ ਕਹਿੰਦਾ ਮੇਰੀ ਮਾਂ ਜੀ ਗੱਲ ਕਰਨਾ ਚਾਹੁੰਦੇ ਸਰਦਾਰ ਜੀ ਤੁਹਾਡੇ ਨਾਲ। ਕਹਿੰਦਾ ਜਿਸ ਮਾਂ ਜੀ ਨੇ ਗੱਲ ਕੀਤੀ, ਕਹਿੰਦੇ ਉਹ ਪੁੱਤਰ ਜਿੰਮਦਾਰ ਰਵੇਂ, ਦੁਆਵਾਂ ਦਿੱਤੀਆਂ, ਤੂੰ ਬਹੁਤ ਚੰਗਾ ਕੀਤਾ ਮੇਰੇ ਪੁੱਤਰ ਨਾਲ, ਯਾਦ ਰਹੇਗਾ ਸਾਨੂੰ। ਉਹਨੇ ਕਿਹਾ ਨਹੀਂ ਮਾਂ ਜੀ ਕੋਈ ਗੱਲ ਨਹੀਂ, ਇਹ ਸਾਡਾ ਵੀ ਵੀਰ ਹੈ, ਕੋਈ ਐਸੀ ਗੱਲ ਨਹੀਂ। ਕਹਿੰਦਾ ਬੜੀ ਗੱਲਬਾਤ ਹੋਈ, ਬਹੁਤ ਅੱਛੀ ਤਾਰਫ ਹੋ ਗਿਆ। ਕਹਿੰਦਾ ਇਸ ਤਰ੍ਹਾਂ ਹੋਇਆ ਕਿ ਮੈਂ ਨਾ ਕੋਈ ਅਰਸਾ ਉੱਥੇ ਕੰਮ ਕੀਤਾ ਅਤੇ ਸਰਦਾਰ ਹੋਰੀ ਇੱਕ ਦਿਹਾੜੇ ਕਹਿੰਦੇ ਨੇ ਕਿ ਉਹਨਾਂ ਨੂੰ ਮਕਾਨ ਦਾ ਮਸਲਾ ਬਣ ਗਿਆ, ਰਿਹਾਇਸ਼ ਦਾ। ਕਹਿੰਦੇ ਰਿਹਾਇਸ਼ ਦਾ ਮਸਲਾ ਬਣ ਗਿਆ ਅਤੇ ਲੇਕਿਨ ਮੈਨੂੰ ਦੱਸੀ ਉਹਨੇ, ਲੇਕਿਨ ਮੈਨੂੰ ਨਹੀਂ ਸੀ ਪਤਾ ਕਿ ਸਰਦਾਰ ਹੋਰੀ ਇੰਨੇ ਪਰੇਸ਼ਾਨ ਨੇ। ਅਤੇ ਕਹਿੰਦਾ ਉਸੇ ਦਿਨ ਜਿਹੜਾ ਨਾ ਮੈਂ ਪਾਕਿਸਤਾਨ ਚੀਜ਼ਾਂ ਦੇ ਕੇ ਟੋਰਨੀਆਂ ਸੀ, ਮੈਂ ਉਹਨਾਂ ਨੂੰ ਸਰਦਾਰਾਂ ਨੂੰ ਆਖਿਆ ਕਿ ਮੈਂ ਚੀਜ਼ਾਂ ਦੇ ਕੇ ਟੋਰਨੀਆਂ ਅਤੇ ਕੱਲ੍ਹ ਤੁਹਾਡੀ ਰਿਹਾਇਸ਼ ਦਾ ਪਤਾ ਕਰਾਂਗੇ ਅਤੇ ਕੋਈ ਮਸਲਾ ਨਹੀਂ। ਉਹਨਾਂ ਕਹਿੰਦਾ ਨਹੀਂ ਯਾਰ ਮੈਂ ਅੱਜ ਹੀ ਰਿਹਾਇਸ਼ ਛੱਡਣੀ ਹੈ ਅਤੇ ਤੂੰ ਇੰਝ ਕਰ ਮੈਂ ਨਾ ਸਮਾਨ ਜਿਹੜਾ ਨਾ ਉਹ ਉੱਥੋਂ ਚੁਕਾ ਕੇ ਆਪਣੀ ਗੱਡੀ 'ਚ ਰੱਖ ਲੈ। ਉਹਨੇ ਆਖਿਆ ਠੀਕ ਹੈ ਇੰਝ ਕਰ ਲੈਂਦੇ। ਅਤੇ ਲੇਕਿਨ ਕਹਿੰਦਾ ਜਿਸ ਵੇਲੇ ਮੈਂ ਸਰਦਾਰ ਜੀ ਦੇ ਘਰ ਗਿਆ ਨਾ, ਕਹਿੰਦਾ ਮੈਂ ਸੋਚਿਆ ਕਿ ਇਹਨਾਂ ਨੇ ਮੇਰੇ 'ਤੇ ਇੰਨੀ ਨੇਕੀ ਕੀਤੀ ਹੈ ਅਤੇ ਮੈਂ ਕੀ ਕਰਨਾ ਪਿਆ। ਕਹਿੰਦਾ ਮੈਂ ਕਿਹਾ ਸਰਦਾਰ ਜੀ ਤੁਸੀਂ ਮੇਰੇ ਘਰ ਚੱਲੋ। ਉਹ ਕਹਿੰਦਾ ਨਹੀਂ ਮਿੱਤਰਾ ਤੂੰ ਰਹਿਣ ਦੇ, ਠੀਕ ਹੈ ਕੋਈ ਨਹੀਂ ਮਸਲਾ, ਮੈਂ ਇੱਥੋਂ ਇੱਕ ਪਿੰਡ ਹੈ ਨਾਲ, ਉੱਥੇ ਮੇਰੇ ਦੋਸਤ ਨੇ, ਮੈਂ ਉੱਥੇ ਟੁਰ ਜਾਂਦਾ। ਉਹਨੇ ਆਖਿਆ ਨਹੀਂ ਸਰਦਾਰ ਜੀ ਤੁਸੀਂ ਮੇਰੇ ਘਰ ਹੀ ਜਾਓਗੇ। ਕਹਿੰਦਾ ਉਹ ਘਰ ਮੈਨੂੰ ਲੈ ਗਏ ਉੱਥੇ ਸਰਦਾਰ ਸਾਹਿਬ। ਉੱਥੇ ਜਿਸ ਉੱਥੇ ਗਏ, ਕਹਿੰਦਾ ਉੱਥੇ ਜਾ ਕੇ ਬੈਗ ਸ਼ੈਗ ਰੱਖਿਆ ਅਤੇ ਕਹਿੰਦਾ ਭਾਈ ਇੱਥੇ 2 ਬੰਦੇ ਜਿਹੜੇ ਰਾਤ ਦੀ ਡਿਊਟੀ ਕਰਦੇ ਨੇ ਅਤੇ ਇੱਕ ਮੌਲਵੀ ਸਾਹਿਬ ਨੇ, ਉਸ ਤੋਂ ਬਾਅਦ 6 ਵਜੇ ਜਾਂਦੇ ਨੇ। ਕਹਿੰਦਾ ਮੈਂ ਕਿਹਾ ਠੀਕ ਹੈ। ਕਹਿੰਦਾ ਜੇ ਮੈਂ ਸਰਦਾਰ ਨੂੰ ਆਖਿਆ ਮੈਂ ਠੀਕ ਹੈ ਜੀ ਸਰਦਾਰ ਜੀ ਮੈਂ ਨਾ ਸਮਾਨ ਦੇ ਕੇ ਆਇਆ। ਕਹਿੰਦਾ ਮੈਂ ਚੱਲਾਂ ਅਤੇ ਮੌਲਵੀ ਸਾਹਿਬ ਨੇ ਮੈਨੂੰ ਬੁਲਾ ਲਿਆ। ਕਹਿੰਦਾ ਮੌਲਵੀ ਸਾਹਿਬ ਕਹਿੰਦੇ ਨੇ ਇੱਧਰ ਆ। ਕਹਿੰਦੇ ਨੇ ਇਹ ਕੌਣ ਹੀ? ਕਹਿੰਦੇ ਨੇ ਸਰਦਾਰ ਹੋਰੀ ਨੇ, ਇਹਨਾਂ ਨੂੰ ਥੋੜ੍ਹਾ ਰਿਹਾਇਸ਼ ਦਾ ਮਸਲਾ ਬਣਿਆ ਸੀ ਅਤੇ ਮੈਂ ਕਿਹਾ ਤੁਸੀਂ ਮੇਰੇ ਕੋਲ। ਕਹਿੰਦਾ ਤੂੰ ਮਾਮਾ ਲੱਗਣੇ ਇਹਨੂੰ ਇੱਥੇ ਲਿਆਉਣ ਵਾਲਾ, ਕਿਉਂ ਲੈ ਕੇ ਆਏ ਇੱਥੇ? ਕਹਿੰਦਾ ਮੈਂ ਆਖਿਆ ਵੀ ਉਹਨਾਂ ਨੂੰ ਮਜਬੂਰੀ ਸੀ, ਇਸ ਵਜ੍ਹਾ ਤੋਂ ਮੇਰੀ ਬਹੁਤ ਮਦਦ ਕੀਤੀ ਹੈ। ਕਹਿੰਦਾ ਤੇਰੀ ਮਦਦ ਕੀਤੀ ਹੈ ਨਾ, ਲੇਕਿਨ ਸਾਡੇ ਮਕਾਨ 'ਤੇ ਲਿਆਉਣ ਦਾ ਤੇਰਾ ਕੀ ਮਕਸਦ ਬਣਦਾ? ਉਹਨੇ ਆਖਿਆ ਮੈਂ ਹੁਣ ਮਜਬੂਰੀ ਉਹਨਾਂ ਦੀ ਸੀ ਅਤੇ ਇਸ ਵਜ੍ਹਾ ਤੋਂ ਉਹਨਾਂ ਦਾ ਕਮਰਾ ਤੱਕ ਲੈਣਾ, ਤੂੰ ਕਮਰਾ ਛੱਡ ਅਤੇ ਇਹਨੂੰ ਹੁਣ ਹੀ ਇੱਥੋਂ ਲੈ ਕੇ ਜਾ। ਉਹਨੇ ਆਖਿਆ ਠੀਕ ਹੈ ਮੈਂ ਆਮਨਾ ਵਾਪਸੀ 'ਤੇ ਗੱਲ ਕਰਨੇ ਆ। ਅਤੇ ਥੋੜ੍ਹੀ ਦੇਰ ਨੂੰ ਉਹ ਕਹਿੰਦਾ ਮੈਂ ਨਿਕਲ ਗਿਆ। ਮਗਰ ਉਹ ਸਰਦਾਰ ਸਾਹਿਬ ਅਤੇ ਮੌਲਵੀ ਸਾਹਿਬ ਕਹਿੰਦੇ ਸਰਦਾਰ ਸਾਹਿਬ ਸਿੱਧੇ ਮੌਲਵੀ ਸਾਹਿਬ ਕੋਲ ਟੁਰ ਗਏ। ਉਹਨਾਂ ਆਖਿਆ ਜੀ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ ਨੇ ਅਤੇ ਹੁਣ ਇਸ ਟਾਈਮ ਮੈਨੂੰ ਬੱਸ ਨਹੀਂ ਮਿਲਣੀ, ਨਹੀਂ ਤਾਂ ਮੈਂ ਹੁਣ ਹੀ ਸਮਾਨ ਚੁੱਕ ਕੇ ਨਾ ਤੁਹਾਡਾ ਮਕਾਨ ਛੱਡ ਦੇਣਾ ਸੀ। ਮੌਲਵੀ ਸਾਹਿਬ ਕਹਿੰਦੇ ਨੇ ਮੈਂ ਨਹੀਂ ਜਾਣਦਾ ਤੈਨੂੰ ਕੋਈ ਲੱਭੇ ਨਾ ਲੱਭੇ ਮਕਾਨ, ਲੇਕਿਨ ਤੂੰ ਇੱਥੋਂ ਛੱਡ। ਉਹਨੇ ਕਿਹਾ ਮੌਲਵੀ ਜੀ ਅਗਰ ਮੈਨੂੰ ਇਹ ਰਾਤ ਕੱਢਣ ਦਿਓ ਤੁਸੀਂ ਤਾਂ ਸੁਬਾਹ ਮੈਂ ਟੁਰ ਜਾਵਾਂਗਾ। ਉਹਨੇ ਕਿਹਾ ਮੌਲਵੀ ਸਾਹਿਬ ਕਹਿੰਦੇ ਨੇ ਆਲਾ ਠੀਕ ਹੈ ਉੱਥੇ ਤੂੰ ਪੈ ਜਾ ਲੰਮਾ।
ਕਹਿੰਦੇ ਮੈਂ ਉੱਥੇ ਸਾਈਡ ਤੇ ਲੰਮਾ ਪੈ ਰਿਹਾ। ਥੋੜੀ ਦੇਰ ਬਾਅਦ ਮੈਂ ਤੇ ਕਹਿੰਦਾ ਮੌਲਵੀ ਰੀਸਾਂ ਘਰ, ਥੋੜੀ ਦੇਰ ਬਾਅਦ ਨਾ ਮੈਨੂੰ ਨਾ ਚੰਗੀ ਕਿਸੇ ਰੋਣ ਹਾਰ ਦੀ ਆਵਾਜ਼ ਆਈ। ਸਰਦਾਰ ਵੀ ਕਹਿੰਦੇ ਮੈਂ ਉੱਠ ਕੇ ਫਟਵੜ ਗਿਆ ਉੱਥੇ, ਜਦੋਂ ਦੇਖਿਆ ਤਾਂ ਮੌਲਵੀਰਾਂ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋਈ। ਕਹਿੰਦਾ ਥੋੜਾ ਬਹੁਤ ਮੈਨੂੰ ਨਾ ਮੈਡੀਕਲ ਦੇ ਬਾਰੇ 'ਚ ਪਤਾ ਆ। ਕਹਿੰਦਾ ਮੈਂ ਨਾ ਮੌਲਵੀਰਾਂ ਨੂੰ ਫਟਵੜ ਥੋੜਾ ਬਹੁਤ ਟੂਣਾ ਸ਼ੂਣਾ ਕੀਤਾ ਤੇ ਥੋੜਾ ਜਿਹਾ ਉਹਨਾਂ ਦਾ ਸਾਹ ਪਰਤਿਆ, ਲੇਕਿਨ ਮੈਨੂੰ ਮਹਿਸੂਸ ਹੋਇਆ ਕਿ ਇਹ ਜ਼ਿਆਦਾ ਤਕਲੀਫ 'ਚ ਨੇ। ਕਹਿੰਦੇ ਮੈਂ ਫਟਵੜ ਐਂਬੂਲੈਂਸ ਨੂੰ ਫੋਨ ਕੀਤਾ, ਐਂਬੂਲੈਂਸ ਆਈ, ਐਂਬੂਲੈਂਸ ਨੇ ਉਹਨੂੰ ਮੌਲਵੀ ਸਾਹਿਬ ਨੂੰ ਗੱਡੀ 'ਚ ਪਾਇਆ। ਕਹਿੰਦਾ ਮੈਂ ਨਾਲ ਗਿਆ। ਜਿਸ ਵੇਲੇ ਉੱਥੇ ਗਿਆ ਤੇ ਡਾਕਟਰ ਮੈਨੂੰ ਪੁੱਛਦੇ ਨੇ ਤੂੰ ਕੀ ਕੀਤਾ? ਕਹਿੰਦਾ ਮੈਂ ਇਹਦੇ ਨਾਲ ਇੰਝ ਕੀਤਾ, ਸੂਈਆਂ ਸ਼ੂਈਆਂ ਚੋਬੀਆਂ ਨੇ ਤੇ ਹੈਂ। ਡਾਕਟਰ ਕਹਿੰਦੇ ਨੇ ਵੈਰੀ ਗੁੱਡ, ਕਹਿੰਦੇ ਮੈਨੂੰ ਥਾਪੜਾ ਮਾਰ ਕੇ ਕਹਿੰਦੇ ਨੇ ਸ਼ਾਬਾਸ਼, ਕਹਿੰਦੇ ਨੇ ਅਗਰ ਤੂੰ ਇਹਦੇ ਨਾਲ ਇੰਨਾ ਕੁਝ ਨਾ ਕਰਦਾ ਤੇ ਇਸ ਬੰਦੇ ਨੂੰ ਬੜਾ ਡਾਢਾ ਅਟੈਕ ਆਉਣਾ ਸੀ ਤੇ ਇਹਦੇ ਨਾਲ ਇਹਦੀ ਜਾਨ ਜਾ ਸਕਦੀ ਸੀ। ਤੇ ਮੌਲਵੀ ਸਾਹਿਬ ਨੂੰ ਸਾਰੀ ਗੱਲ ਪਤਾ ਲੱਗੀ, ਹਸਪਤਾਲ ਹੀ ਸੀ। ਦੂਜੇ ਦਿਨ ਸਰਦਾਰ ਨੇ ਆਪਣਾ ਸਮਾਨ ਚੁੱਕਿਆ ਤੇ ਟੁਰ ਗਏ ਉੱਥੋਂ। ਜਿਸੇ ਟੁਰ ਗਏ ਤੇ ਮੌਲਵੀ ਸਾਹਿਬ ਠੀਕ ਹੋਏ। ਠੀਕ ਹੋ ਪੁੱਛਦੇ ਨੇ ਸਰਦਾਰ ਹੋਰੀ ਕਿੱਥੇ ਨੇ? ਉਹਨਾਂ ਕਿਹਾ ਸਰਦਾਰ ਹੋਰੀ ਤੇ ਟੁਰ ਗਏ ਨੇ, ਉੱਥੇ ਉਹਨਾਂ ਰਿਹਾਇਸ਼ ਤੋਂ ਦੂਸਰੇ ਪਿੰਡ ਲੱਭੀ ਨੇ ਤੇ ਉੱਥੇ ਹੀ ਟੁਰ ਗਏ ਨੇ। ਉਹਨਾਂ ਕਿਹਾ ਤੇ ਮੈਂ ਉਹਨਾਂ ਨੂੰ ਮਿਲਣਾ ਸਰਦਾਰ ਸਾਹਿਬ ਨੂੰ। ਉਹਨਾਂ ਕਿਹਾ ਠੀਕ ਹੈ। ਸਰਦਾਰ ਸਾਹਿਬ ਕੋਲ ਉੱਥੇ ਟੁਰ ਗਏ ਮੌਲਵੀ ਸਾਹਿਬ, ਜਾ ਕੇ ਕਹਿੰਦੇ ਨੇ ਸਰਦਾਰ ਜੀ ਮੈਨੂੰ ਮਾफ़ੀ ਦੇ ਦਿਓ, ਮੈਂ ਸਾਰਾ ਕੁਝ ਭੁੱਲ ਗਿਆ ਸਾਂ, ਮੈਨੂੰ ਨਹੀਂ ਸੀ ਪਤਾ ਕਿ ਤੁਸੀਂ ਮੇਰੀ ਇੰਨੀ ਮਦਦ ਕਰੋਗੇ ਜਾਂ ਤੁਹਾਡਾ ਇੰਝ ਦਾ ਦਿਲ ਤੁਸੀਂ ਰੱਖਦੇ ਹੋ। ਤੁਸੀਂ ਮਿਹਰਬਾਨੀ ਕਰੋ ਤੇ ਮੇਰੇ ਨਾਲ ਮੇਰੇ ਘਰ ਚੱਲੋ। ਉਹਨੇ ਕਿਹਾ ਨਹੀਂ ਮਿੱਤਰ ਜੀ ਮੈਂ ਤੁਹਾਡੇ ਨਾਲ ਨਾਰਾਜ਼ ਨਹੀਂ ਹੈ ਤੇ ਲੇਕਿਨ ਠੀਕ ਹਾਂ ਮੈਂ ਇੱਥੇ। ਉਹਨਾਂ ਕਿਹਾ ਨਹੀਂ ਜੇ ਤੁਸੀਂ ਮੇਰੇ ਨਾਲ ਨਾਰਾਜ਼ ਨਹੀਂ ਨਾ ਤੇ ਤੁਸੀਂ ਫਿਰ ਮੇਰੇ ਘਰ ਰਹਿਣਾ, ਕਿਸੇ ਹੋਰ ਘਰ ਤੁਸੀਂ ਨਹੀਂ ਰਹਿ ਸਕਦੇ ਜੇ ਤੁਸੀਂ ਮੈਨੂੰ ਮਾफ़ ਕਰੋ। ਤੇ ਉਹਨੇ ਕਿਹਾ ਨਾਲ ਸਮਾਨ ਸ਼ਾਨ ਬੰਨਿਆ ਤੇ ਨਾਲ ਲੈਣ ਦਾ। ਤੇ ਮੌਲਵੀ ਸਾਹਿਬ ਉਹਦੇ ਨਾਲ ਖਾਂਦੇ ਪੀਂਦੇ ਸੀ, ਸਭ ਕੁਝ ਕਰਦੇ ਸੀ, ਖੁਸ਼ਬਾਸ਼ ਸੀ। ਕਹਿੰਦੇ ਨੇ ਬਹੁਤ ਉਹਨਾਂ ਦੀ ਆਪਸ 'ਚ ਦੋਸਤੀ ਕਲੋਜ਼ ਹੋ ਗਈ। ਤੇ ਇਸ ਵਾਸਤੇ ਇਨਸਾਨੀਅਤ ਜਿਹੜੀ ਹੈ ਉਹ ਵੀ ਬੜੀ ਅਹਿਮੀਅਤ ਰੱਖਦੀ ਹੈ ਤੇ ਗੱਲ ਜਿਹੜੀ ਆ ਹਕੀਕਤ ਹੁੰਦੀ ਹੈ। ਤੇ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ। ਅਗਰ ਤੁਹਾਨੂੰ ਅੱਛੀ ਲੱਗੇ ਤੇ ਪਲੀਜ਼ ਲਾਈਕ ਕਮੈਂਟਸ ਤੇ ਸਬਸਕ੍ਰਾਈਬ ਕਰਿਆ ਕਰੋ। ਦਿਲ ਖੁਸ਼ ਹੋਵੇਗਾ, ਹੌਸਲਾ ਵੱਧਦਾ ਹੈ ਕਿ ਮਜ਼ੀਦ ਕੰਮ ਅਸੀਂ ਕਰਨਾ ਹੈ। YouTube ਤੇ ਤੁਹਾਨੂੰ ਪਤਾ ਬੜੀ ਮਿਹਨਤ ਦੀ ਲੋੜ ਹੁੰਦੀ ਹੈ, ਮਿਹਨਤ ਤੋਂ ਬਗੈਰ ਕੁਝ ਨਹੀਂ ਹੁੰਦਾ। ਮੈਂ ਆਪਣੇ ਵੱਲੋਂ ਪੂਰੀ ਮਿਹਨਤ ਕਰ ਰਿਹਾ ਕਿ ਤੁਹਾਨੂੰ ਜਿਹੜਾ ਮੇਰੀਆਂ ਗੱਲਾਂ ਪਸੰਦ ਆਵਣ। ਅਗਰ ਤੁਸੀਂ ਪਸੰਦ ਕਰਦੇ ਰਹੋਗੇ ਤਾਂ ਤੁਹਾਡੀ ਮਿਹਰਬਾਨੀ, ਸ਼ੁਕਰੀਆ। ਆਪਣਾ ਖਿਆਲ ਰੱਖਿਓ, ਦੁਆਵਾਂ ਯਾਦ ਰੱਖਿਓ। ਅੱਲਾ ਹਾਫਿਜ਼।